ਨਮਸਕਾਰ, ਸਤਿ ਸ੍ਰੀ ਅਕਾਲ, ਆਦਾਬ ਔਰ ਜੀ ਆਇਆਂ ਨੂੰ। ਤੁਹਾਡਾ ਇਸ ਪੇਸ਼ਕਸ਼ ਵਿੱਚ ਸਵਾਗਤ ਹੈ। ਮੇਰਾ ਨਾਮ ਹਰਜਿੰਦਰ ਹੈ ਔਰ ਮੈਂ ਇੱਕ ਫਾਰਮਾਸਿਸਟ ਹਾਂ। ਅੱਜ ਅਸੀਂ ਅਧਰੰਗ ਬਾਰੇ ਪੇਸ਼ਕਸ਼ ਕਰਾਂਗੇ। ਮੇਰੀ ਸਾਥੀ ਕ੍ਰਿਸਟੀਨ ਇੱਕ ਡਾਇਟੀਸ਼ੀਅਨ ਹੈ ਔਰ ਇਸਨੇ ਇਸ ਪੇਸ਼ਕਸ਼ ਤਿਆਰ ਕਰਨ ਵਿੱਚ ਮਦਦ ਕੀਤੀ ਹੈ। ਇਸ ਪੇਸ਼ਕਸ਼ ਦੇ 3 ਹਿੱਸੇ ਹਨ। ਪਹਿਲੇ ਹਿੱਸੇ ਵਿੱਚ ਅਸੀਂ ਅਧਰੰਗ ਦੀ ਜਾਣਕਾਰੀ ਦੇਵਾਂਗੇ ਕਿ ਅਧਰੰਗ ਕੀ ਹੈ ਔਰ ਕਿਸ ਕਾਰਨ ਹੁੰਦਾ ਹੈ। ਦੂਜੇ ਹਿੱਸੇ ਵਿੱਚ ਕ੍ਰਿਸਟੀਨ ਦੀਆਂ ਤਿਆਰ ਕੀਤੀਆਂ ਸਲਾਈਡਾਂ ਵਿੱਚ ਅਸੀਂ ਵਰਜਿਸ਼ ਔਰ ਖਾਣੇ ਬਾਰੇ ਜਾਣਕਾਰੀ ਪਾਵਾਂਗੇ। ਆਖਰੀ ਹਿੱਸੇ ਵਿੱਚ ਅਸੀਂ ਦਵਾਈਆਂ ਬਾਰੇ ਗੱਲਬਾਤ ਕਰਾਂਗੇ। ਜਦੋਂ ਤੁਸੀਂ ਸਟ੍ਰੋਕ ਦਾ ਨਾਂ ਸੁਣਦੇ ਹੋ ਤਾਂ ਤੁਹਾਡੇ ਮਨ ਵਿੱਚ ਕੀ ਖਿਆਲ ਆਉਂਦਾ ਹੈ? ਸਟ੍ਰੋਕ ਜਾਂ ਜਿਸਨੂੰ ਅਸੀਂ ਅਧਰੰਗ ਵੀ ਕਹਿੰਦੇ ਹਨ, 2 ਕਿਸਮਾਂ ਦੇ ਹੁੰਦੇ ਹਨ। ਇੱਕ ਜਦੋਂ ਕਿ ਦਿਮਾਗ ਦੀ ਨਾੜੀ ਫਟ ਜਾਂਦੀ ਹੈ ਔਰ ਇੱਕ ਕਿ ਜਦੋਂ ਖੂਨ ਜਾਣਾ ਰੁਕ ਜਾਂਦਾ ਹੈ ਕਿਸੇ ਵੀ ਕਾਰਨ। ਜਦੋਂ ਨਾੜੀ ਫਟ ਜਾਂਦੀ ਹੈ ਉਸਨੂੰ ਅਸੀਂ ਹੈਮਰੇਜ ਦੇ ਨਾਂ ਨਾਲ ਵੀ ਜਾਣਦੇ ਹਨ। ਇਸ ਦਾ ਮੁੱਖ ਕਾਰਨ ਹਾਈ ਬਲੱਡ ਪ੍ਰੈਸ਼ਰ ਹੁੰਦਾ ਹੈ ਔਰ ਬਹੁਤ ਜ਼ਰੂਰੀ ਹੁੰਦਾ ਹੈ ਕਿ ਅਸੀਂ ਤੁਹਾਡੇ ਬਲੱਡ ਪ੍ਰੈਸ਼ਰ ਨੂੰ ਕਾਬੂ ਵਿੱਚ ਪਾਈਏ। ਅਧਰੰਗ ਦੇ ਦੂਜੇ ਕਿਸਮ ਨੂੰ ਅਸੀਂ ਜਦੋਂ ਖੂਨ ਦੀ ਦਰਿਆ ਰੁਕ ਜਾਂਦੀ ਹੈ ਉਸ ਤਰ੍ਹਾਂ ਜਾਣਦੇ ਹਨ। ਇਹਦਾ ਕਾਰਨ ਇੱਕ ਖੂਨ ਦੇ ਗਠਲੇ ਬਣਨ ਕਰਕੇ ਹੋ ਸਕਦਾ ਹੈ ਜਾਂ ਜਦੋਂ ਨਾੜੀ ਵਿੱਚ ਕੋਲੇਸਟ੍ਰੋਲ ਜਾਂ ਪਲੇਟਲੇਟਸ ਜੰਮ ਜਾਂਦੇ ਹਨ ਔਰ ਖੂਨ ਨੂੰ ਵਗਣ ਨਹੀਂ ਦਿੰਦੇ, ਉਦੋਂ ਹੁੰਦਾ ਹੈ। ਇਹਨਾਂ ਦੋਵਾਂ ਦੇ ਸਰੀਰਕ ਅਸਰ ਉਸ ਹਿਸਾਬ ਨਾਲ ਹੁੰਦੇ ਹਨ ਜਿਸ ਜਗ੍ਹਾ ਦਿਮਾਗ ਵਿੱਚ ਇਹ ਘਟਨਾ ਹੁੰਦੀ ਹੈ। ਫਰਜ਼ ਕਰੋ ਇਹ ਦਿਮਾਗ ਦੀ ਪਿਛਲੀ ਜਗ੍ਹਾ ਹੋਵੇ ਤਾਂ ਤੁਹਾਡੀ ਨਜ਼ਰ ਖਰਾਬ ਹੋ ਸਕਦੀ ਹੈ। ਅਗਰ ਇਹ ਦਿਮਾਗ ਦੇ ਉਸ ਹਿੱਸੇ ਵਿੱਚ ਹੋਵੇ ਜਿਹਨੂੰ ਅਸੀਂ ਸੈਰੇਬੈਲਮ ਸੱਦਦੇ ਹਾਂ ਤਾਂ ਤੁਹਾਡਾ ਸੰਤੁਲਨ ਬਦਲ ਸਕਦਾ ਹੈ, ਯਾਨੀ ਕਿ ਸਿੱਧਾ ਤੁਰਨਾ ਬਹੁਤ ਮੁਸ਼ਕਲ ਪੜ ਸਕਦਾ ਹੈ। ਹਰ ਸਾਲ ਕਰੋੜੋਂ ਇਨਸਾਨ ਅਧਰੰਗ ਦਾ ਸ਼ਿਕਾਰ ਬਣਦੇ ਹਨ। ਅਫਸੋਸ, ਇਹਨਾਂ ਵਿੱਚੋਂ ਤੀਜੇ ਹਿੱਸੇ ਦੀ ਮੌਤ ਹੋ ਜਾਂਦੀ ਹੈ ਔਰ ਤੀਜੇ ਹਿੱਸੇ ਨੂੰ ਬਹੁਤ ਜ਼ਿਆਦਾ ਅਪਾਹਜਤਾ ਵੀ ਹੋ ਸਕਦੀ ਹੈ। ਲੇਕਿਨ ਜੇ ਅਸੀਂ ਤੁਹਾਨੂੰ ਹਸਪਤਾਲ ਵਿੱਚ ਜਲਦੀ ਦਾਖਲ ਕਰੀਏ ਤੇ ਕਈ ਦਵਾਈਆਂ ਤੁਹਾਨੂੰ ਅਸੀਂ ਦਈਏ ਤਾਂ ਇਹ ਦਿਮਾਗ ਦੀਆਂ ਨਾੜੀਆਂ ਅਤੇ ਸੈਲਜ਼ ਨੂੰ ਸ਼ਾਇਦ ਬਚਾ ਸਕਣ। ਬਹੁਤ ਜ਼ਰੂਰੀ ਹੈ ਕਿ ਜਦੋਂ ਅਧਰੰਗ ਦਾ ਦੌਰਾ ਪਵੇ ਤੁਸੀਂ ਉਸੇ ਸਮੇਂ 911 ਨੂੰ ਫੋਨ ਕਰੋ। ਕਿਸੇ ਦਾ ਇੰਤਜ਼ਾਰ ਨਾ ਕਰੋ। ਇਹ ਨਾ ਸੋਚੋ ਕਿ ਮੈਂ ਸੌਂ ਕੇ ਦੇਖ ਲਵਾਂਗਾ। ਉਸੇ ਸਮੇਂ ਡਾਕਟਰ ਨਾਲ ਗੱਲ ਕਰੋ। ਆਪ ਵੀ ਜਾਣਕਾਰੀ ਪਾਓ ਤੇ ਤੁਹਾਡੇ ਪਰਿਵਾਰ ਦੇ ਸਦস্যਾਂ ਨੂੰ ਵੀ ਜਾਣਕਾਰੀ ਕਰਾਓ ਕਿ ਅਧਰੰਗ ਦੇ ਕੀ ਲੱਛਣ ਹੁੰਦੇ ਹਨ। ਅਧਰੰਗ ਦੇ ਕੀ ਲੱਛਣ ਹੁੰਦੇ ਹਨ? ਇਸ ਨੂੰ ਅਸੀਂ ਸਕਾਰਪ ਦੇ ਨਾਲ ਪਹਿਚਾਣਦੇ ਹਾਂ। ਤੁਸੀਂ ਸ਼ਾਇਦ ਟੀਵੀ ਤੇ ਕਮਰਸ਼ਲ ਵੀ ਦੇਖੇ ਹੋਣਗੇ। F ਯਾਨੀ ਕਿ ਫੇਸ, ਜਿਸ ਨੂੰ ਅਸੀਂ ਚਿਹਰਾ ਕਹਿੰਦੇ ਹਨ। ਕੀ ਤੁਹਾਡਾ ਮੂੰਹ ਜਦੋਂ ਤੁਸੀਂ ਹੱਸਦੇ ਹੋ ਇੱਕ ਪਾਸੋਂ ਨਹੀਂ ਝੁਕ ਹੁੰਦਾ ਜਾਂ ਤੁਹਾਡੀ ਅੱਖ ਥੱਲੇ ਨੂੰ ਗਿਰਦੀ ਹੈ? A for arm ਯਾਨੀ ਕਿ ਬਾਹਾਂ। ਕੀ ਜਦੋਂ ਤੁਹਾਨੂੰ ਦੋਵੇਂ ਬਾਹਾਂ ਨੂੰ ਚੱਕਣ ਨੂੰ ਕਿਹਾ ਜਾਂਦਾ ਹੈ ਤੁਹਾਡੀ ਇੱਕ ਬਾਂਹ ਆਪੇ ਗੜ ਜਾਂਦੀ ਹੈ? S for speech ਯਾਨੀ ਕਿ ਬੋਲੀ। ਕੀ ਤੁਹਾਡੇ ਲਫ਼ਜ਼ ਸਹੀ ਨਹੀਂ ਆ ਰਹੇ? ਕੀ ਤੁਹਾਡੀ ਬੋਲੀ ਤੁਤਲਾ ਰਹੀ ਹੈ ਜਾਂ ਸਮਝ ਵਿੱਚ ਨਹੀਂ ਆ ਰਹੀ? ਅਗਰ ਇਹਨਾਂ ਚੋਂ ਇੱਕ ਵੀ ਹੋ ਰਿਹਾ ਹੈ ਤਾਂ T is for time ਯਾਨੀ ਕਿ ਸਮਾਂ ਹੋ ਗਿਆ ਹੈ ਕਿ ਤੁਸੀਂ ਉਸੇ ਸਮੇਂ 911 ਨੂੰ ਬੁਲਾਓ। ਅਗਰ ਤੁਸੀਂ ਇਹ ਪੇਸ਼ਕਸ਼ ਸੁਣ ਰਹੇ ਹੋ ਤਾਂ ਤੁਸੀਂ ਚਾਹੁੰਦੇ ਹੋ ਕਿ ਅਧਰੰਗ ਦੁਬਾਰਾ ਨਾ ਹੋਵੇ। ਅਧਰੰਗ ਦੇ ਕਾਰਨਾਂ ਨੂੰ 2 ਹਿੱਸਿਆਂ ਵਿੱਚ ਵੰਡਿਆ ਜਾ ਸਕਦਾ ਹੈ। ਉਹ ਚੀਜ਼ਾਂ ਜੋ ਅਸੀਂ ਨਹੀਂ ਬਦਲ ਸਕਦੇ ਜਾਂ ਉਹ ਚੀਜ਼ਾਂ ਜੋ ਅਸੀਂ ਬਦਲ ਸਕਦੇ ਹਾਂ। ਅਸੀਂ ਉਮਰ ਜਾਂ ਪਰਿਵਾਰਕ ਇਤਿਹਾਸਾਂ ਨੂੰ ਨਹੀਂ ਬਦਲ ਸਕਦੇ। ਅਸੀਂ ਜਾਤੀ ਨਹੀਂ ਬਦਲ ਸਕਦੇ। ਲੇਕਿਨ ਕਈ ਚੀਜ਼ਾਂ ਹਨ ਜੋ ਅਸੀਂ ਬਦਲ ਸਕਦੇ ਹਾਂ। ਅਸੀਂ ਬਲੱਡ ਪ੍ਰੈਸ਼ਰ ਤੇ ਕਾਬੂ ਪਾ ਸਕਦੇ ਹਾਂ। ਅਸੀਂ ਖਾਣ ਪੀਣ ਤੇ ਸਰੀਰਕ ਕਸਰਤ ਤੇ ਕਾਬੂ ਪਾ ਸਕਦੇ ਹਾਂ।
ਅਸੀਂ ਸ਼ਰਾਬ ਤੇ ਸਿਗਰਟ ਬੰਦ ਕਰ ਸਕਦੇ ਹਾਂ। ਅਗਰ ਤੁਹਾਡਾ ਵਜ਼ਨ ਜ਼ਿਆਦਾ ਹੈ ਤਾਂ ਤੁਸੀਂ ਖਾਣ ਪੀਣ ਤੇ ਕਸਰਤ ਦੇ ਨਾਲ ਇਸ ਨੂੰ ਕਮ ਕਰਨ ਦੀ ਕੋਸ਼ਿਸ਼ ਕਰ ਸਕਦੇ ਹਾਂ। ਕਈ ਪੇਸ਼ੈਂਟ ਮੈਨੂੰ ਕਹਿੰਦੇ ਹਨ, ਬੇਟਾ ਇੰਨੀ ਉਮਰ ਹੋ ਗਈ, ਤੁਰਿਆ ਨਹੀਂ ਜਾਂਦਾ, ਗੋਡੇ ਦੁਖਦੇ ਹਨ। ਲੇਕਿਨ ਮੈਂ ਕਹਾਂਗੀ ਕਿ ਤੁਹਾਡੀ ਕੋਈ ਉਮਰ ਨਹੀਂ ਜ਼ਿਆਦਾ ਹੁੰਦੀ ਆਪਣੇ ਸਰੀਰ ਦਾ ਖਿਆਲ ਰੱਖਣ ਲਈ। ਕੁਛ ਵੀ ਕਰੋ, ਛੋਟੀ ਚੀਜ਼ ਨਾਲ ਸ਼ੁਰੂ ਕਰੋ, ਲੇਕਿਨ ਕੋਸ਼ਿਸ਼ ਜ਼ਰੂਰ ਕਰੋ। ਉਹ ਚੀਜ਼ ਜੋ ਤੁਹਾਡੇ ਪਸੰਦ ਦੀ ਹੈ ਉਹਦੇ ਨਾਲ ਸ਼ੁਰੂ ਕਰੋ। ਇਹ ਚੀਜ਼ਾਂ ਦਵਾਈਆਂ ਜਿੰਨੀਆਂ ਅਸਰ ਦਿੰਦੀਆਂ ਹਨ, ਔਰ ਦਵਾਈਆਂ ਸਭ ਕੁਝ ਕੱਲੀਆਂ ਨਹੀਂ ਕਰ ਸਕਦੀਆਂ। ਔਰ ਅਕਸਰ ਅਗਰ ਅਸੀਂ ਵਜ਼ਨ ਬਹੁਤ ਘੱਟ ਕਰ ਲਈਏ ਤਾਂ ਕੁਝ ਦਵਾਈਆਂ ਦੇ ਡੋਜ਼ ਵੀ ਅਸੀਂ ਘਟਾ ਸਕਦੇ ਹਨ। ਇਸ ਸਲਾਈਡ ਤੇ ਬਹੁਤ ਲਫ਼ਜ਼ ਹਨ, ਲੇਕਿਨ ਇਸ ਸਲਾਈਡ ਦਾ ਕੇਵਲ ਇੱਕ ਕਾਰਨ ਹੈ ਕਿ ਜਦੋਂ ਤੁਹਾਡਾ ਅਧਰੰਗ ਹੁੰਦਾ ਹੈ, ਡਾਕਟਰ ਬਹੁਤ ਟੈਸਟ ਕਰਦੇ ਹਨ ਜਾਣਕਾਰੀ ਪਾਉਣ ਲਈ ਕਿ ਤੁਹਾਡਾ ਅਧਰੰਗ ਕਿਸ ਕਾਰਨ ਹੋਇਆ। ਕੀ ਤੁਹਾਡੇ ਦਿਲ ਵਿੱਚੋਂ ਕੋਈ ਅਰਿਥਮੀਆ ਹੋਇਆ ਹੈ, ਜਾਂ ਤੁਹਾਡੇ ਸਿਰ ਦੀਆਂ ਨਾੜੀਆਂ ਵਿੱਚ ਕੋਲੈਸਟਰੋਲ ਜੰਮਿਆ ਹੋਇਆ ਹੈ। ਇਹ ਸਾਰੇ ਟੈਸਟਿੰਗਾਂ ਬਾਅਦ ਉਹ ਦਵਾਈਆਂ ਵਰਤੀਆਂ ਜਾਂਦੀਆਂ ਹਨ ਜੋ ਤੁਹਾਡੇ ਅਧਰੰਗ ਦੇ ਕਾਰਨ ਦਾ ਇਲਾਜ ਕਰ ਸਕਣ। ਕਦੇ-ਕਦੇ ਅਫਸੋਸ ਸਾਨੂੰ ਸਹੀ ਕਾਰਨ ਨਹੀਂ ਲੱਭਦਾ, ਔਰ ਇਹ ਪੇਸ਼ੈਂਟਾਂ ਲਈ ਵੀ ਔਖਾ ਹੋ ਸਕਦਾ ਹੈ। ਲੇਕਿਨ ਜਦੋਂ ਸਾਨੂੰ ਇੱਕ ਸਹੀ ਕਾਰਨ ਨਹੀਂ ਲੱਭਦਾ ਤਾਂ ਅਸੀਂ ਉਹ ਦਵਾਈਆਂ ਦਿੰਦੇ ਹਨ ਜਿਨ੍ਹਾਂ ਦਾ ਅਸਰ ਤੁਹਾਡੀਆਂ ਆਪਦੀਆਂ ਰਿਸਕਾਂ ਨੂੰ ਘਟਾਉਣ ਲਈ ਹੁੰਦਾ ਹੈ। ਅਧਰੰਗ ਦੇ ਅਸੀਂ ਅੱਜ ਦੋ ਖਾਸ ਕਾਰਨਾਂ ਬਾਰੇ ਗੱਲ ਕਰਾਂਗੇ। ਪਹਿਲਾ ਕਾਰਨ ਅਰਿਥਮੀਆ ਹੁੰਦਾ ਹੈ। ਅਰਿਥਮੀਆ ਉਦੋਂ ਹੁੰਦਾ ਹੈ ਜਦੋਂ ਦਿਲ ਦੀ ਬਿਜਲੀ ਵਿੱਚ ਕੋਈ ਨੁਕਸਾਨ ਹੁੰਦਾ ਹੈ। ਕਈ ਕਿਸਮਾਂ ਦੇ ਅਰਿਥਮੀਆ ਹੁੰਦੇ ਹਨ। ਇੱਕ ਅਰਿਥਮੀਆ ਦਾ ਨਾਮ ਹੈ ਏਟਰੀਅਲ ਫਿਬ੍ਰਿਲੇਸ਼ਨ। ਏਟਰੀਅਲ ਫਿਬ੍ਰਿਲੇਸ਼ਨ ਇੱਕ ਅਰਿਥਮੀਆ ਹੈ ਜਦੋਂ ਦਿਲ ਦੀ ਬਿਜਲੀ ਦੀ ਬਿਮਾਰੀ ਹੁੰਦੀ ਹੈ। ਇੱਕ ਆਮ ਦਿਲ ਦੇ ਵਿੱਚ ਉਤਲੇ ਦੋ ਹਿੱਸੇ ਹਨ ਜਿਸਨੂੰ ਅਸੀਂ ਏਟਰੀਆ ਸੱਦਦੇ ਹਨ, ਔਰ ਦਿਲ ਦੇ ਦੋ ਨੀਚੇ ਵਾਲੇ ਹਿੱਸੇ ਹਨ ਜਿਹਨੂੰ ਅਸੀਂ ਵੈਂਟਰੀਕਲ ਸੱਦਦੇ ਹਾਂ। ਇੱਕ ਆਮ ਦਿਲ ਦੇ ਵਿੱਚ ਉਤਲੇ ਹਿੱਸੇ ਪਹਿਲਾਂ ਧੜਕਦੇ ਹਨ, and then ਉਸ ਤੋਂ ਬਾਅਦ ਥੱਲੇ ਵਾਲੇ ਹਿੱਸੇ ਧੜਕਦੇ ਹਨ। ਬਬੂਮ ਬਬੂਮ ਬਬੂਮ। ਇਸ ਅਰਿਥਮੀਆ ਦੇ ਵਿੱਚ, ਯਾਨੀ ਕਿ ਏਟਰੀਅਲ ਫਿਬ੍ਰਿਲੇਸ਼ਨ ਦੇ ਵਿੱਚ, ਉਤਲਾ ਹਿੱਸਾ ਬਹੁਤ ਤੇਜ਼ ਹੋ ਜਾਂਦਾ ਹੈ, ਔਰ ਜਿਹੜਾ ਥੱਲੇ ਵਾਲਾ ਹਿੱਸਾ ਹੈ ਉਹਦੀ ਰਫ਼ਤਾਰ ਨਹੀਂ ਫੜ ਪਾਉਂਦਾ। ਉਹਨਾਂ ਦਾ ਮਿਲਾਪ ਨਹੀਂ ਰਹਿੰਦਾ। ਜਦੋਂ ਮਿਲਾਪ ਨਹੀਂ ਰਹਿੰਦਾ ਤਾਂ ਖੂਨ ਸਹੀ ਤਰ੍ਹਾਂ ਅੰਦਰ ਬਾਹਰ ਨਹੀਂ ਜਾਂਦਾ, ਖੂਨ ਰੁਕਣ ਲੱਗ ਜਾਂਦਾ ਹੈ। ਜਦੋਂ ਖੂਨ ਰੁਕ ਜਾਂਦਾ ਹੈ ਤਾਂ ਉਹ ਜੰਮਦਾ ਹੈ। ਜਦੋਂ ਉਹ ਜੰਮਦਾ ਹੈ ਤਾਂ ਇੱਕ ਖੂਨ ਦਾ ਗਟਲਾ ਬਣ ਸਕਦਾ ਹੈ। ਸਾਡਾ ਡਰ ਹੈ ਕਿ ਉਹ ਗਟਲਾ ਟੁੱਟ ਕੇ ਦਿਲ ਵਿੱਚੋਂ ਨਿਕਲ ਕੇ ਗਰਦਨ ਦੀ ਨਾੜੀ ਦੇ ਵਿੱਚੋਂ ਲੰਘਦਾ ਦਿਮਾਗ ਨੂੰ ਚਲ ਜਾਵੇ। ਜੇ ਇਹ ਹੋਵੇ ਫਿਰ ਅਧਰੰਗ ਦਾ ਦੌਰਾ ਪੈਣ ਦਾ ਡਰ ਹੁੰਦਾ ਹੈ। ਏਟਰੀਅਲ ਫਿਬ੍ਰਿਲੇਸ਼ਨ ਦੇ ਵੀ ਕਈ ਕਾਰਨ ਔਰ ਕਿਸਮਾਂ ਹੁੰਦੀਆਂ ਹਨ। ਕੁਝ ਪੇਸ਼ੈਂਟਾਂ ਨੂੰ ਕਦੇ ਮਹਿਸੂਸ ਹੀ ਨਹੀਂ ਹੁੰਦਾ ਕਿ ਮੇਰੇ ਏਟਰੀਅਲ ਫਿਬ੍ਰਿਲੇਸ਼ਨ ਹੈ, ਕਿਉਂਕਿ ਉਹ ਜਾਂ ਤਾਂ ਆਉਂਦਾ ਜਾਂਦਾ ਹੈ ਜਾਂ ਉਹਨਾਂ ਨੂੰ ਪਤਾ ਨਹੀਂ ਚੱਲਦਾ। ਲੇਕਿਨ ਕਈਆਂ ਨੂੰ ਕਾਫੀ ਤਕਲੀਫ ਹੁੰਦੀ ਹੈ, ਜਿਸ ਤਰ੍ਹਾਂ ਕਿ ਦਿਲ ਦੀ ਧੜਕਨ ਛਾਤੀ ਦੇ ਵਿੱਚ ਮਹਿਸੂਸ ਹੋਣੀ ਜਾਂ ਸਾਹ ਚੜ੍ਹਨਾ। ਇਸ ਦੀ ਪਹਿਚਾਣ ਕਿਸ ਤਰ੍ਹਾਂ ਕਰ ਸਕਦੇ ਹਾਂ? ਡਾਕਟਰ ਤੁਹਾਡੇ ਕਈ ਕਿਸਮਾਂ ਦੇ ਟੈਸਟ ਕਰ ਸਕਦੇ ਹਨ ਦਿਲ ਦੀ ਬਿਜਲੀ ਦੀ ਫੋਟੋ ਲੈਣ ਲਈ। ਇੱਕ ਸਮੇਂ ਦੇ ਵਿੱਚ ਫੋਟੋ ਖਿੱਚਣੇ ਨੂੰ ਕਿਹਾ ਜਾਂਦਾ ਹੈ ECG। ਲੇਕਿਨ ਅਗਰ ਤੁਹਾਡਾ ਦਿਲ ਕਦੇ-ਕਦੇ ਏਟਰੀਅਲ ਫਿਬ੍ਰਿਲੇਸ਼ਨ ਵਿੱਚ ਆਉਂਦਾ ਜਾਂਦਾ ਹੈ ਤਾਂ ਸ਼ਾਇਦ ਅਸੀਂ ਨਹੀਂ ਫੜ ਸਕਾਂਗੇ। ਇਸ ਕਾਰਨ ਸਾਨੂੰ ਲੰਬਾ ਟੈਸਟ ਕਰਨ ਦੀ ਲੋੜ ਪੈ ਸਕਦੀ ਹੈ। ਇਸ ਦਾ ਨਾਮ ਹੈ ਹੋਲਟਰ। ਉਹ ਪੂਰੇ ਦਿਨ ਲਈ ਜਾਂ 2 ਦਿਨਾਂ ਲਈ ਵੀ ਪਾਇਆ ਜਾ ਸਕਦਾ ਹੈ।
ਅਗਰ ਅਸੀਂ ਫਿਰ ਵੀ ਨਾ ਇਸ ਨੂੰ ਦੇਖ ਸਕੀਏ ਸਹੀ ਤਰ੍ਹਾਂ ਤਾਂ ਅਸੀਂ ਇੱਕ ਹੋਰ ਲੰਬਾ ਟੈਸਟ ਕਰ ਸਕਦੇ ਹਾਂ ਜੋ 2 ਹਫ਼ਤਿਆਂ ਲਈ ਤੁਹਾਡੀ ਦਿਲ ਦੀ ਧੜਕਣ ਨੂੰ ਦੇਖ ਸਕਦਾ ਹੈ। ਉਸ ਨੂੰ ਅਸੀਂ ਇਵੈਂਟ ਮੋਨੀਟਰ ਦੇ ਨਾਂ ਨਾਲ ਸੱਦਦੇ ਹਾਂ। ਜਦੋਂ ਏਟਰੀਅਲ ਫਿਬ੍ਰਿਲੇਸ਼ਨ ਦੀ ਪਹਿਚਾਣ ਹੁੰਦੀ ਹੈ ਤਾਂ ਅਸੀਂ ਤੁਹਾਡਾ ਇੰਡੀਵਿਜੂਅਲ ਰਿਸਕ ਦੱਸ ਸਕਦੇ ਹਾਂ ਕਿ ਅਧਰੰਗ ਹੋਣ ਦੇ ਕੀ ਚਾਂਸਸ ਹਨ, ਖਾਸ ਕਰਕੇ ਜੇ ਤੁਹਾਨੂੰ ਨਾਲ ਦੀ ਨਾਲ ਡਾਇਬੀਟੀਜ਼ ਜਾਂ ਬਲੱਡ ਪ੍ਰੈਸ਼ਰ ਜਾਂ ਪਹਿਲਾਂ ਦਿਲ ਦਾ ਦੌਰਾ ਪੈ ਚੁੱਕਿਆ ਹੁੰਦਾ ਹੈ। ਤੁਹਾਡੇ ਰਿਸਕ ਦੇ ਹਿਸਾਬ ਦੇ ਨਾਲ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਅਧਰੰਗ ਦਾ ਇੱਕ ਦੂਜਾ ਕਾਰਨ ਹੈ ਐਥਰੋਸਕਲੇਰੋਸਿਸ। ਜੇ ਤੁਸੀਂ ਆਪਣੇ ਸਰੀਰ ਦੀਆਂ ਨਾੜੀਆਂ ਨੂੰ ਇੱਕ ਘਰ ਦੀਆਂ ਪਾਈਪਾਂ ਵਾਂਗੂ ਸੋਚੋ ਤਾਂ ਜਿਸ ਤਰ੍ਹਾਂ ਪਾਈਪਾਂ ਵਿੱਚ ਰੁਕਾਵਟ ਆ ਜਾਂਦੀ ਹੈ ਉਸੇ ਤਰ੍ਹਾਂ ਸਰੀਰ ਦੀਆਂ ਨਾੜੀਆਂ ਵਿੱਚ ਵੀ ਰੁਕਾਵਟ ਆ ਸਕਦੀ ਹੈ। ਸਮੇਂ ਪ੍ਰਤੀ ਡਾਇਬੀਟੀਜ਼, ਹਾਈ ਬਲੱਡ ਪ੍ਰੈਸ਼ਰ, ਉਮਰ, ਸਿਗਰਟ ਅਤੇ ਤਲੀਆਂ ਹੋਏ ਖਾਣਿਆਂ ਦੇ ਨਾਲ ਸਰੀਰ ਦੀਆਂ ਨਾੜੀਆਂ, ਨਿੱਕੀਆਂ ਨਿੱਕੀਆਂ ਨਾੜੀਆਂ ਵਿੱਚ ਨੁਕਸਾਨ ਹੋ ਜਾਂਦਾ ਹੈ। ਉਹ ਪਾਟ ਜਾਂਦੀਆਂ ਹਨ। ਜਦੋਂ ਪਾਟ ਜਾਂਦੀਆਂ ਨੇ ਤਾਂ ਸਰੀਰ ਉਹਨਾਂ ਤੇ ਪਲਾਸਟਰ ਲਾਉਣ ਦੀ ਕੋਸ਼ਿਸ਼ ਕਰਦਾ ਹੈ। ਉੱਥੇ ਉਹ ਸੈਲਸ ਭੇਜਦੇ ਹਨ। ਕੁਝ ਸੈਲਸ ਮਦਦ ਕਰਨ ਵਾਲੇ ਹੁੰਦੇ ਹਨ ਔਰ ਕੁਝ ਕੋਲੈਸਟਰੋਲ ਵਾਂਗੂ ਹੋਰ ਨੁਕਸਾਨ ਕਰਦੇ ਹਨ। ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਛੋਟੀ ਨਾੜੀ ਦੇ ਵਿੱਚ ਜਦੋਂ ਸਰੀਰ ਪਲਾਸਟਰ ਲਾਉਣ ਸ਼ੁਰੂ ਕਰਦਾ ਹੈ ਤਾਂ ਖੂਨ ਦੀ ਜਿਹੜੀ ਦਰਿਆ ਆ ਉਹ ਬੰਦ ਹੋ ਜਾਂਦੀ ਹੈ, ਜਾਂ ਉਹ ਪਲਾਸਟਰ ਦਾ ਜੇ ਕੁਝ ਛੋਟਾ ਟੁਕੜਾ ਟੁੱਟ ਕੇ ਅੱਗੇ ਜਾ ਕੇ ਹੋਰ ਛੋਟੀ ਨਾੜੀ ਵਿੱਚ ਫਸ ਜਾਵੇ ਤਾਂ ਖੂਨ ਦੀ ਦਰਿਆ ਫਿਰ ਵੀ ਬੰਦ ਹੋ ਸਕਦੀ ਹੈ। ਇਨ੍ਹਾਂ ਕਾਰਨਾਂ ਕਰਕੇ ਅਧਰੰਗ ਹੋ ਸਕਦਾ ਹੈ। ਇਹ ਨਾੜੀਆਂ ਵਿੱਚ ਜੰਮਣਾ ਕੇਵਲ ਦਿਮਾਗ ਦੀ ਨਾੜੀਆਂ ਵਿੱਚ ਨਹੀਂ ਹੁੰਦਾ। ਇਹ ਵੱਡੀਆਂ ਨਾੜੀਆਂ ਵਿੱਚ ਜਿਹੜੀਆਂ ਤੁਹਾਡੇ ਦਿਲ ਤੋਂ ਲਾ ਕੇ ਗਰਦਨ ਦੇ ਵਿੱਚ ਜਾਂਦੀਆਂ ਨੇ ਉਹਨਾਂ ਨੂੰ carotid arteries ਕਿਹਾ ਜਾਂਦਾ ਹੈ, ਜਾਂ ਜੋ ਤੁਹਾਡੇ ਸਪਾਈਨ ਤੋਂ ਲੱਗ ਕੇ ਦਿਮਾਗ ਨੂੰ ਜਾਂਦੀਆਂ ਨੇ ਉਹਨਾਂ ਨੂੰ vertebral arteries ਕਿਹਾ ਜਾ ਸਕਦਾ ਹੈ। ਜਾਂ ਇਹ ਤੁਹਾਡੇ ਦਿਲ ਦੇ ਨਿੱਕੀਆਂ ਨਾੜੀਆਂ ਦੇ ਵਿੱਚ ਹੋ ਸਕਦਾ ਹੈ ਤੇ ਫਿਰ ਦਿਲ ਦਾ ਦੌਰਾ ਪੈ ਸਕਦਾ ਹੈ। ਹੁਣ ਤੁਹਾਨੂੰ ਥੋੜਾ ਅਧਰੰਗ ਬਾਰੇ ਜਾਣਕਾਰੀ ਦੇ ਚੁੱਕੇ ਹਾਂ। ਹੁਣ ਅੱਗੇ ਚੱਲ ਕੇ ਅਸੀਂ ਗੱਲ ਕਰਾਂਗੇ ਕਿ ਇਹਨੂੰ ਅਸੀਂ ਕਿਵੇਂ ਬਦਲ ਸਕਦੇ ਹਾਂ ਔਰ ਕਿਵੇਂ ਰੋਕ ਸਕਦੇ ਹਾਂ ਕਿ ਦੁਬਾਰਾ ਅਧਰੰਗ ਨਾ ਹੋਵੇ ਜਾਂ ਵੱਡੇ ਅਧਰੰਗ ਦਾ ਦੌਰਾ ਨਾ ਪਵੇ। ਇਸ ਨੂੰ ਰੋਕਣ ਦੇ 2 ਤਰੀਕੇ ਹਨ, ਦਵਾਈਆਂ ਅਤੇ ਜੀਵਨ ਦੀਆਂ ਕਈ ਆਦਤਾਂ। ਜੇ ਅਸੀਂ ਸਿਰਫ ਦਵਾਈਆਂ ਲਵਾਂਗੇ ਤਾਂ ਤੇ ਆਦਤਾਂ ਨਹੀਂ ਬਦਲਾਂਗੇ ਤਾਂ ਉਹ ਪੂਰਾ ਕੰਮ ਨਹੀਂ ਕਰ ਸਕਦੀਆਂ। ਇਸੇ ਤਰ੍ਹਾਂ ਜੇ ਅਸੀਂ ਕੇਵਲ ਆਦਤਾਂ ਬਦਲਾਂਗੇ ਤੇ ਦਵਾਈਆਂ ਨਹੀਂ ਲਵਾਂਗੇ ਉਹ ਵੀ ਨਹੀਂ ਪੂਰਾ ਅਸਰ ਕਰ ਸਕਦੇ। ਇਹ ਦੋਏ ਚੀਜ਼ਾਂ ਜਿਸ ਤਰ੍ਹਾਂ ਕਿ 2 ਹੱਥ ਹਨ ਉਸ ਤਰ੍ਹਾਂ ਹੁੰਦੇ ਹਨ। ਦੋਏ ਹੱਥ ਇਕੱਠੇ ਜ਼ਿਆਦਾ ਮਜ਼ਬੂਤ ਹੁੰਦੇ ਹਨ। ਵਜ਼ਨ ਜੇ ਜ਼ਿਆਦਾ ਹੈ ਤੇ ਇਹਨੂੰ ਅਸੀਂ ਘਟਾਈਏ, ਕਸਰਤ ਕਰਨਾ, ਖਾਣ ਪੀਣ ਦਾ ਖਿਆਲ ਰੱਖਣਾ ਅਤੇ ਨਾਲ ਹੀ ਨਾਲ ਦਵਾਈਆਂ ਲੈਣਾ ਬਹੁਤ ਜ਼ਰੂਰੀ ਹੈ। ਅਗਲੇ ਹਿੱਸੇ ਵਿੱਚ ਅਸੀਂ ਜੀਵਨ ਸ਼ਾਲਾ ਬਾਰੇ ਗੱਲ ਕਰਾਂਗੇ ਅਤੇ ਆਖਰੀ ਹਿੱਸੇ ਵਿੱਚ ਅਸੀਂ ਦਵਾਈਆਂ ਬਾਰੇ ਗੱਲ ਕਰਾਂਗੇ। ਇਸ ਦੇ ਨਾਲ ਸਾਡੇ ਪਹਿਲੇ ਹਿੱਸੇ ਨੂੰ ਅਸੀਂ ਇੱਥੇ ਸਮਾਪਤ ਕਰਦੇ ਹਾਂ। ਧੰਨਵਾਦ।